ਰਾਜ ਗਿੱਲ ਨੇ ਇੱਕ ਸ਼ਬਦ ਲਿਖ ਕੇ ਉਹਦਾ ਅਰਥ ਭਾਵ ਸਮਝਾਉਣ ਵਾਸਤੇ ਲਿਖਿਆ ਹੈ। ਹੁਣ ਤੁਸੀਂ ਖਿਆਲ ਵਿੱਚ ਲਓ ਜੋ ਮੈਂ ਕੱਲ੍ਹ ਕਹਿ ਰਿਹਾ ਸੀ ਵੀ ਧਾਰਮਿਕ ਲੋਕ ਵੀ ਮਰਨਾ ਨਹੀਂ ਚਾਹੁੰਦੇ ਹਨ। ਧਾਰਮਿਕ ਲੋਕ ਕੀ, ਹੁਣ ਤੁਸੀਂ ਆਪ ਖਿਆਲ ਕਰੋ, ਤੁਸੀਂ ਤੇ ਪ੍ਰਮਾਤਮਾ ਦੀ ਖੋਜ ਵਿੱਚ ਨਿਕਲੇ ਹੋ ਨਾ। ਤੇ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਤੁਸੀਂ ਵੀ ਮਿਟਣਾ ਨਹੀਂ ਚਾਹੁੰਦੇ ਹੋ। ਮਨ ਮਿਟਣਾ ਨਹੀਂ ਚਾਹੁੰਦਾ ਹੈ। ਤੇ ਬਿਨਾਂ ਮਿਟੇ ਪਰਮਾਤਮਾ ਮਿਲਦਾ ਨਹੀਂ ਹੈ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰਿ ਪਾਏ। ਮਨ ਦਾ ਮਰਨਾ, ਮੈਂ ਦਾ ਮਰਨਾ, ਹਉ ਦਾ ਮਰਨਾ, ਤੁਹਾਡਾ ਮਰਨਾ ਇੱਕ ਬਰਾਬਰ ਹੈ। ਪਰ ਤੁਸੀਂ ਮਰਨਾ ਨਹੀਂ ਚਾਹੁੰਦੇ ਹੋ, ਮਨ ਮਿਟਣਾ ਨਹੀਂ ਚਾਹੁੰਦਾ ਹੈ। ਇਸੇ ਕਾਰਨ ਹੀ ਇੱਧਰ ਉੱਧਰ ਉਪਦੇਸ਼ਾਂ ਦੇ ਵਿੱਚੋਂ ਰਸਤੇ ਟੋਲਦਾ ਹੈ ਮਨ। ਤੁਸੀਂ ਜੋ ਸ਼ਬਦਾਂ ਦੇ ਅਰਥ ਸਮਝਣਾ ਚਾਹੁੰਦੇ ਹੋ ਨਾ, ਉਹ ਇਸੇ ਕਰਕੇ ਹੀ ਹੈ ਵੀ ਕੋਈ ਨਾ ਕੋਈ ਐਸੀ ਵਿਧੀ, ਕੋਈ ਤਰੀਕਾ, ਕੋਈ ਜੁਗਤੀ ਲੱਭ ਜਾਵੇ ਵੀ ਮੈਨੂੰ ਮਿਟਣਾ ਵੀ ਨਾ ਪਵੇ ਤੇ ਰੱਬ ਵੀ ਮਿਲ ਜਾਵੇ। ਇਹ ਮਨ ਚਲਾਕੀ ਕਰਦਾ ਹੈ। ਦੇਖੋ ਹੁਣ ਤੁਸੀਂ ਆਪ ਸੋਚੋ, ਜਿਹੜੇ ਪੁਰਾਣੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਪੜ੍ਹ ਕੇ ਚੱਲਣਾ ਚਾਹੁੰਦੇ ਹਨ, ਉਹ ਚੱਲ ਸਕਦੇ ਹਨ। ਜਿਹੜਾ ਸਾਹਮਣੇ ਸਮਝਾਉਣ ਵਾਲਾ ਹੈ, ਉਹਦੇ ਸਾਹਮਣੇ ਵੀ ਤੁਸੀਂ ਚਲਾਕੀ ਕਰ ਰਹੇ ਹੋ। ਤੁਹਾਡਾ ਮਨ ਚਲਾਕੀ ਕਰ ਰਿਹਾ, ਬਚਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਬਚਾ ਰਹੇ ਹੋ ਆਪਣੇ ਆਪ ਨੂੰ। ਤੇ ਤੁਸੀਂ ਆਪ ਖਿਆਲ ਕਰੋ। ਵੀ ਉਪਦੇਸ਼ ਸੁਣਨਾ ਹੀ ਕਿੰਨਾ ਕਠਿਨ ਹੈ, ਤੋਤੇ ਅਮਲ ਕਰਨਾ ਕਿੰਨਾ ਨਾ ਕਠਿਨ ਹੋਵੇਗਾ। ਕਿਉਂਕਿ ਸੁਣਨਾ ਹੀ ਬਹੁਤ ਕਠਿਨ ਹੈ। ਐਸਾ ਕੋਈ ਸੁਣਦਾ ਨਹੀਂ ਹੈ। ਇਸੇ ਕਾਰਨ ਹੀ ਜਿਹੜੇ ਪ੍ਰਚਾਰਕ ਹਨ, ਉਹ ਜੋ ਵਾਸਤਵਿਕ ਤੱਥ ਦੀ ਗੱਲ ਹੈ ਨਾ, ਉਹ ਨਹੀਂ ਕਹਿੰਦੇ ਹਨ, ਕਿਉਂਕਿ ਕੋਈ ਸੁਣਨਾ ਨਹੀਂ ਚਾਹੁੰਦਾ ਹੈ। ਲੋਕ ਐਸੀਆਂ ਜੋ ਗਹਿਰੀਆਂ ਅਧਿਆਤਮ ਦੀਆਂ ਸੱਚਾਈਆਂ ਹਨ ਨਾ, ਉਹਨਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਹਨ। ਕੌਣ ਸੁਣਨਾ ਚਾਹੁੰਦਾ ਹੈ? ਮਰਨਾ, ਮਿਟਣਾ, ਸੰਸਾਰ ਨੂੰ ਛੱਡਣਾ ਚਾਹੁੰਦਾ ਹੈ ਕੋਈ? ਅਗਰ ਉਹ ਕਥਾ ਵੀ ਕਰਦੇ ਹਨ ਨਾ ਐਸੇ ਸ਼ਬਦਾਂ ਦੀ, ਤਾਂ ਉੱਪਰੋਂ ਕਹਿ ਦਿੰਦੇ ਹਨ ਵੀ ਆਪਣੇ ਮਨ ਨੂੰ ਮਿਟਾਉਣਾ ਹੈ ਸ਼ਬਦ ਦੁਆਰਾ। ਅਤੇ ਲੋਕ ਸੋਚਦੇ ਹਨ ਵੀ ਮਨ ਅਲੱਗਾ ਚੀਜ਼ ਹੈ, ਇਹਨੂੰ ਮਿਟਾ ਕੇ ਫਿਰ ਆਪਾਂ ਚੌੜੇ ਹੋ ਕੇ ਫਿਰਾਂਗੇ ਸਵਰਗਾਂ ਦੇ ਵਿੱਚ। ਕਿਹਾ ਵੀ ਹੈ ਨਾ ਵੀ ਗੁਰਮੁਖ ਉੱਤੇ ਘੁੰਮਦੇ ਹਨ ਬਾਹਾਂ ਮਾਰ ਮਾਰ ਕੇ, ਅਤੇ ਫਿਰ ਇੱਦਾਂ ਹੋ ਤੋ ਇੱਦਾਂ ਸੋਚਦੇ ਹਨ। ਪਰ ਜੋ ਵਾਸਤਵਿਕ ਹੈ, ਜਿਹਨੂੰ ਪਤਾ ਹੈ, ਉਹ ਵੀ ਨਹੀਂ ਦੱਸਦਾ ਹੈ, ਕਿਉਂਕਿ ਲੋਕ ਸੁਣਨਾ ਨਹੀਂ ਚਾਹੁੰਦੇ ਸੱਚ ਉਪਦੇਸ਼। ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਨਾ ਭਾਈ ਲਾਲੋ ਨੂੰ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਉਹ ਭਾਈ ਲਾਲੋ ਨੂੰ ਹੀ ਸੁਣਾਈ ਸੀ।
ਹੋਰ ਕੋਈ ਉੱਥੇ ਨਹੀਂ ਸੀ ਸੁਣਨ ਵਾਲਾ। ਸੱਚ ਸੁਣਾਏ ਸੀ ਸੱਚ ਕੀ ਵੇਲਾ, ਅੰਮ੍ਰਿਤ ਵੇਲਾ ਕਹਿ ਲਓ। ਉਦੋਂ ਅੰਮ੍ਰਿਤ ਵੇਲਾ ਜਦੋਂ ਭਾਈ ਲਾਲੋ ਜੀ ਸੱਚ ਦੀ ਬਾਣੀ ਸੁਣ ਰਹੇ ਸਨ, ਜਿਵੇਂ ਜਨਕ ਨੇ ਅਸ਼ਟਾਵਕਰ ਕੋ ਸੁਣੀ ਹੋਵੇ। ਕਹਿੰਦੇ ਹਨ ਸੁਣਦੇ ਸੁਣਦੇ ਹੀ ਜਾਗਣਾ ਸ਼ੁਰੂ ਕਰ ਦਿੱਤਾ ਉਹਨੇ, ਜਾਗ ਆਉਣੀ ਸ਼ੁਰੂ ਹੋ ਗਈ। ਕਿੰਨੀ ਗਹਿਰਾਈ ਦੇ ਨਾਲ ਸੁਣੀ। ਇਵੇਂ ਹੀ ਬਾਬੇ ਲਹਿਣੇ ਨੇ ਸੁਣਿਆ ਹੋਏਗਾ ਉਪਦੇਸ਼, ਮਿਟਣਾ ਸ਼ੁਰੂ ਹੋ ਗਈ। ਤੇ ਸਤਿਪੁਰਖਾਂ ਦਾ ਉਪਦੇਸ਼ ਮਿਟਾਉਂਦਾ ਹੈ। ਸਾਰਾ ਉਪਦੇਸ਼ ਹੀ ਮਿਟਣ ਵਾਸਤੇ ਦਿੱਤਾ ਹੋਇਆ। ਆਪਣੀ ਹੋਂਦ ਨੂੰ ਕਹਿ ਲਓ, ਮਨ ਨੂੰ ਕਹਿ ਲਓ, ਹਉ ਨੂੰ ਕਹਿ ਲਓ। ਪਰ ਲੋਕ ਇਸ ਉਪਦੇਸ਼ ਨੂੰ ਪੜ੍ਹ ਰਹੇ ਹਨ ਅਤੇ ਵਰਤ ਰਹੇ ਹਨ ਸੰਸਾਰ 'ਚ ਜੀਣ ਵਾਸਤੇ। ਦੇਖੋ ਇਹੋ ਹੀ ਤਾਂ ਮੈਂ ਅਕਸਰ ਕਹਿ ਰਿਹਾ ਹਾਂ ਵੀ ਉਲਟੀ ਗੱਲ ਹੋ ਜਾਂਦੀ ਹੈ। ਜਦੋਂ ਸਤਿਪੁਰਖ ਚਲੇ ਜਾਂਦੇ ਹਨ ਤਾਂ ਉਹਨਾਂ ਦੇ ਉਪਦੇਸ਼ਾਂ ਦਾ ਫਿਰ ਦੁਰਉਪਯੋਗ ਹੁੰਦਾ ਹੈ। ਇਸ ਕਾਰਨ ਹੀ ਲੋਕ ਬਾਅਦ ਦੇ ਵਿੱਚ ਮੁਕਤ ਨਹੀਂ ਹੁੰਦੇ ਹਨ, ਸਿਰਫ ਮੋਹਗ੍ਰਸਤ ਹੋ ਜਾਂਦੇ ਹਨ। ਮੋਹਗ੍ਰਸਤੀਆਂ ਦਾ ਧਰਮ ਹੋ ਜਾਂਦਾ ਹੈ। ਸਿਰਫ ਉਹਨਾਂ ਦਾ ਧਰਮ ਦੇ ਨਾਲ ਮੋਹ ਹੀ ਹੁੰਦਾ ਹੈ ਵੀ ਸਾਡਾ ਧਰਮ, ਸਾਡੇ ਗੁਰੂ। ਅਤੇ ਵਾਸਤਵਿਕ ਜੋ ਉਪਦੇਸ਼ ਹੈ ਨਾ, ਉਹਨੂੰ ਸੁਣਨਾ ਹੀ ਕਠਿਨ ਹੈ ਅਤੇ ਮੰਨਣਾ ਤਾਂ ਬਹੁਤ ਕਠਿਨ ਹੋਵੇਗਾ। ਅਤੇ ਲੋਕ ਉਹਨਾਂ ਉਪਦੇਸ਼ਾਂ ਨੂੰ ਫਿਰ ਵੇਖੋ ਸੰਸਾਰ ਵਿੱਚ ਜੀਣ ਵਾਸਤੇ, ਸੁਖਪੂਰਵਕ ਜੀਣ ਵਾਸਤੇ, ਵਧੀਆ ਜੀਣ ਵਾਸਤੇ ਵਰਤ ਰਹੇ ਹਨ ਵੀ ਬਿਪਤਾ ਨਾ ਆ ਜਾਵੇ, ਦੁੱਖ ਤਕਲੀਫ ਨਾ ਆ ਜਾਵੇ। ਜਿਹੜੇ ਉਪਦੇਸ਼ ਸੰਸਾਰ 'ਚੋਂ ਮੁਕਤ ਹੋਣ ਵਾਸਤੇ ਦਿੱਤੇ ਗਏ ਹਨ। ਮੁਕਤੀ ਦਾ ਕੀ ਭਾਵ ਹੁੰਦਾ ਹੈ? ਸੰਸਾਰ ਤੋਂ ਮੁਕਤ, ਜਿਵੇਂ ਜੇਲ੍ਹ 'ਚੋਂ ਕੋਈ ਮੁਕਤ ਹੋ ਗਿਆ, ਬਾਹਰ ਹੋ ਗਿਆ, ਇੱਦਾਂ ਹੀ ਸੰਸਾਰ 'ਚੋਂ ਮੁਕਤ ਹੋਣਾ। ਪਰ ਮੁਕਤ ਹੋਣ ਵਾਸਤੇ ਕੋਈ ਪੜ੍ਹ ਰਿਹਾ ਹੈ, ਸੁਣ ਰਿਹਾ ਹੈ? ਕੋਈ ਵੀ ਨਹੀਂ। ਤੁਸੀਂ ਆਪ ਨਹੀਂ ਮੁਕਤ ਹੋਣਾ ਚਾਹੁੰਦੇ ਹੋ ਸੰਸਾਰ 'ਚ, ਜੋ ਤੁਹਾਨੂੰ ਸਾਹਮਣੇ ਦੱਸਿਆ ਜਾ ਰਿਹਾ ਹੈ। ਫਿਰ ਮੁਕਤ ਹੋਣ ਵਾਸਤੇ ਸਹਿਯੋਗ ਵੀ ਕੀਤਾ ਜਾ ਰਿਹਾ ਹੈ, ਤਾਂ ਵੀ ਤੁਸੀਂ ਸਹਿਯੋਗ ਲੈਣ ਨੂੰ ਨਹੀਂ ਤਿਆਰ ਹੋ। ਅਤੇ ਸਿਰਫ ਬਾਣੀ ਪੜ੍ਹ ਕੇ ਕਿਵੇਂ ਕੋਈ ਮੁਕਤ ਹੋ ਸਕਦਾ ਹੈ? ਉਪਦੇਸ਼ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਵੀ ਨਹੀਂ ਹੋ ਸਕਦਾ, ਸਮਝ ਕੇ ਵੀ ਨਹੀਂ ਹੋਇਆ ਜਾ ਸਕਦਾ, ਕਿਉਂਕਿ ਮਨ ਮਿਟਣ ਨੂੰ ਥੋੜ੍ਹੀ ਤਿਆਰ। ਤੁਸੀਂ ਆਪ ਸੋਚੋ। ਇਸੇ ਕਾਰਨ ਹੀ ਜਾਗਰਤ ਪੁਰਸ਼ਾਂ ਕੋਲ ਬਹੁਤ ਹੀ ਵਿਰਲੇ ਮਰ ਜੀਵੜੇ ਆਉਂਦੇ ਹਨ, ਜਿਨ੍ਹਾਂ ਦੀ ਮਿਟਣ ਦੀ ਤਿਆਰੀ ਹੁੰਦੀ। ਉਹ ਹੀ ਮਿਟੇ ਹੋਏ ਕੋ ਆਉਣਗੇ ਨਾ, ਅਤੇ ਮਿਟੇ ਹੋਏ ਦੀਆਂ ਗੱਲਾਂ ਵੀ ਉਹੋ ਹੀ ਸੁਣਨਗੇ। ਆਮ ਲੋਕ ਕਿਵੇਂ ਸੁਣਨਗੇ? ਆਮ ਲੋਕ ਤਾਂ ਸੋਚਦੇ ਨਾ ਗੱਲਾਂ ਹੀ ਪੁੱਠੀਆਂ ਕਰੀ ਜਾਂਦਾ। ਦੇਖੋ ਬਾਬੇ ਨਾਨਕ ਨੇ ਤਾਂ ਕਿਹਾ ਹੈ ਸੰਸਾਰ 'ਚ ਰਹੋ, ਗ੍ਰਸਤ ਦੇ ਵਿੱਚ, ਗ੍ਰਸਤ ਨੂੰ ਪ੍ਰਧਾਨ ਕਿਹਾ ਹੈ, ਜੁੜ ਕੇ ਰਹੋ, ਬਾਲ ਬੱਚਿਆਂ ਦੀ ਦੇਖ ਰੇਖ ਕਰੋ। ਅਤੇ ਕਹਿੰਦਾ ਸੰਸਾਰ ਤੋਂ ਮੁਕਤ ਹੋਣਾ, ਮਰਨਾ ਹੈ, ਮਿਟਣਾ ਹੈ। ਅਤੇ ਮਨ ਡਰਦਾ ਹੈ, ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਧਾਰਮਿਕ ਜਿਹੜੇ ਹਨ ਉਹ ਵੀ ਮੰਨਣ ਨੂੰ ਤਿਆਰ ਨੇ, ਭਾਵੇਂ ਲਿਖਿਆ ਵੀ ਹੈ ਸਾਫ, ਫਿਰ ਵੀ ਮਿਟਣ ਨੂੰ ਤਿਆਰ ਥੋੜ੍ਹੀ ਹੈ ਕੋਈ। ਭਾਵੇਂ ਸੂਰਮਤਾਈ ਦੀਆਂ ਗੱਲਾਂ ਵੀ ਬਹੁਤ ਕਰਦੇ ਹਨ, ਪਰ ਉਹ ਸਿਰਫ ਦਿਖਾਵਾ ਹੀ ਹੈ। ਇਹ ਮਿਟਣਾ, ਇਹ ਮਰਨੀ ਬਹੁਤ ਕਠਿਨ ਹੈ। ਐਸੀ ਮਰਨੀ ਜੋ ਮਰੇ ਫਿਰ ਬਾਹਰ ਨਾ ਮਰਨਾ ਹੋ। ਅਤੇ ਐਸੀ ਮਰਨੀ ਕੋਈ ਮਰਨਾ ਨਹੀਂ ਚਾਹੁੰਦਾ ਹੈ। ਇਹ ਤਾਂ ਕਰੋੜਾਂ 'ਚ ਕੋਈ ਵਿਰਲੇ ਹਨ। ਨਹੀਂ ਤਾਂ ਲੋਕ ਸਤਸੰਗ ਵੀ ਇਸ ਕਰਕੇ ਥੋੜ੍ਹੀ ਸੁਣ ਰਹੇ ਹਨ ਵੀ ਅਸੀਂ ਮੁਕਤ ਹੋਣਾ ਹੈ ਸੰਸਾਰ ਤੋਂ। ਜ਼ਿਆਦਾਤਰ ਤਾਂ ਲੋਕ ਇਉਂ ਸੁਣਦੇ ਹਨ ਵੀ ਕੋਈ ਨਾ ਕੋਈ ਰਸਤਾ ਮਿਲ ਜਾਵੇ, ਕੋਈ ਜੁਗਤੀ, ਕੋਈ ਐਸਾ ਤਰੀਕਾ
ਵੀ ਸੰਸਾਰ ਦੇ ਵਿੱਚ ਮਜ਼ੇ ਨਾਲ ਜੀ ਸਕੀਏ, ਸੁਖਪੂਰਵਕ। ਅਤੇ ਥੋੜ੍ਹੀਆਂ ਥੋੜ੍ਹੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਹਨ, ਚਿੰਤਾ ਆਉਂਦੀ ਹੈ, ਫਿਕਰ ਆਉਂਦਾ ਹੈ, ਉਹ ਵੀ ਨਾ ਆਵੇ। ਇੱਦਾਂ ਦਾ ਕੋਈ ਜੁਗਤੀ ਲੱਭੇ। ਤਾਂ ਇੱਦਾਂ ਦੀਆਂ ਜੁਗਤੀਆਂ ਦੱਸ ਰਹੇ ਹਨ ਧਾਰਮਿਕ ਲੋਕ ਵੀ ਇਸ ਢੰਗ ਦੇ ਨਾਲ ਜੀਓ, ਵਧੀਆ ਜੀਵਨ ਜੀਓ। ਅਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਣ ਵਾਲੇ ਵੀ ਬੜੀ ਕੋਸ਼ਿਸ਼ ਕਰਦੇ ਹਨ, ਜੀਣ ਵਾਲੇ ਵੀ ਕੋਈ ਘੱਟ ਨਹੀਂ ਕਰ ਰਹੇ ਹਨ ਵੀ ਸਦਾ ਹੀ ਖੁਸ਼ ਰਹੋ, ਇਸ ਢੰਗ ਦੇ ਨਾਲ ਜੀਓ, ਐਵੇਂ ਜੀਓ। ਕਿੰਨੇ ਨਹੀਂ ਤਰੀਕੇ ਦੱਸੇ ਜਾ ਰਹੇ, ਪਰ ਜਿਸ ਢੰਗ ਦੇ ਨਾਲ ਮਰਜ਼ੀ ਜੀਓ। ਸਦਾ ਸੁਖੀ ਕੋਈ ਵੀ ਨਹੀਂ ਰਿਹਾ ਹੈ ਅਤੇ ਨਾ ਹੀ ਰਹਿ ਸਕਦਾ ਹੈ ਇਸ ਸੰਸਾਰ ਦੇ ਵਿੱਚ। ਦੂਸਰਾ ਪਹਿਲੂ ਵੀ ਨਾਲ ਨਾਲ ਆਉਂਦਾ ਰਹਿੰਦਾ ਹੈ। ਹਾਂ, ਉਹ ਇਕੱਠਾ ਵੀ ਇੱਕੋ ਵਾਰ ਹੀ ਆ ਸਕਦਾ ਹੈ ਅੰਤ ਵੇਲੇ, ਜਾਂ ਥੋੜ੍ਹਾ ਥੋੜ੍ਹਾ ਕਰਕੇ ਅੱਗੇ ਪਿੱਛੇ ਆਉਂਦਾ ਰਹਿੰਦਾ ਹੈ। ਜਿਵੇਂ ਦਿਨ ਰਾਤ ਹੈ, ਦਿਨ ਹੀ ਦਿਨ ਥੋੜ੍ਹੀ ਰਹੇਗਾ, ਸੁੱਖ ਦੇ ਪਿੱਛੇ ਦੁੱਖ ਵੀ ਆਵੇਗਾ। ਅਤੇ ਸੁੱਖ ਪੂਰਵਕ ਸਦਾ ਜੀਵਨ ਨਹੀਂ ਹੋ ਸਕਦਾ ਸੰਸਾਰ, ਐਸਾ ਕਦੇ ਹੋਇਆ ਨਹੀਂ। ਜਿਵੇਂ ਕਹਿ ਲਓ ਜਨਮ ਹੋਇਆ ਅਤੇ ਤੁਸੀਂ ਕਹੋ ਮਰੀਏ ਨਾ, ਇਹ ਕਿਵੇਂ ਹੋਊਗਾ? ਸਰੀਰ ਕਰਕੇ ਮਰਨਾ ਹੀ ਪਵੇ, ਕਿਉਂਕਿ ਸਰੀਰ ਤੇ ਪੈਦਾ ਹੋਇਆ ਅਤੇ ਮਰੇਗਾ ਹੀ। ਇਹਦਾ ਆਪਣਾ ਜੀਵਨ ਹੈ। ਪਰ ਜਿਹੜਾ ਸਰੀਰ ਦੇ ਅੰਦਰ ਹੈ, ਤੁਸੀਂ ਆਪਣੇ ਆਪ ਨੂੰ ਸਮਝ ਰਹੇ ਹੋ ਮਨ, ਇਹ ਵਾਸਤਵਿਕ ਨਹੀਂ ਹੈ। ਇਹ ਸਿਰਫ ਖਿਆਲ ਦੁਆਰਾ ਪੈਦਾ ਹੋਇਆ ਹੈ। ਤੁਸੀਂ ਇੱਕ ਖਿਆਲ ਬਣਾ ਲਿਆ ਆਪਣੇ ਆਪੇ ਦਾ, ਉਹਦੇ ਦੁਆਰਾ ਤੁਸੀਂ ਬਾਹਰ ਸੋਚਣ ਲੱਗ ਪਏ, ਅਤੇ ਇਸ ਖਿਆਲ ਨੂੰ ਹੀ ਮਾਰਨਾ ਹੈ। ਹੋਰ ਕੀ ਮਾਰਨਾ? ਸਰੀਰ ਨੂੰ ਥੋੜ੍ਹੀ ਮਾਰਨਾ ਹੈ। ਸਰੀਰ ਤੇ ਵਿਚਾਰਾ ਨਿਰਦੋਸ਼ ਹੈ। ਕਈ ਸਰੀਰ ਨੂੰ ਹੀ ਸਾਧਕ ਕਸ਼ਟ ਦਿੰਦੇ ਰਹਿੰਦੇ ਆ, ਬਹੁਤ ਤਪੱਸਿਆ ਕਰਦੇ, ਧੂਣੀਆਂ ਤਾਉਂਦੇ, ਕੰਡਿਆਂ 'ਤੇ ਬਹਿੰਦੇ, ਬਹੁਤ ਕੁਛ ਕਰ ਰਹੇ ਹਨ। ਸਰੀਰ ਵਿਚਾਰੇ ਦਾ ਕੀ ਕਸੂਰ ਹੈ? ਸਰੀਰ ਤੇ ਨਿਰਦੋਸ਼ ਹੈ। ਇਹ ਥੋੜ੍ਹਾ ਜੋੜ ਰਿਹਾ ਹੈ ਮਨ ਨੂੰ ਸੰਸਾਰ ਨਾਲ ਸਰੀਰ, ਨਹੀਂ। ਮਨ ਇੱਕ ਖਿਆਲ ਹੈ ਅੰਦਰ ਪੈਦਾ ਹੋਇਆ, ਉਹਦੇ ਦੁਆਰਾ ਬਾਹਰ ਸੰਸਾਰ ਦੇ ਨਾਲ ਜੁੜਿਆ ਜਾ ਰਿਹਾ। ਪਹਿਲਾਂ ਸਰੀਰ ਦੇ ਨਾਲ ਜੁੜਿਆ ਜਾ ਰਿਹਾ, ਫਿਰ ਸੰਸਾਰ ਦੇ ਨਾਲ ਜੁੜਿਆ ਜਾ ਰਿਹਾ। ਅਤੇ ਉਹ ਖਿਆਲ ਹੀ ਮਿਟਣਾ ਹੈ, ਮਨ ਦਾ ਮਿਟਣਾ। ਉਹ ਖਿਆਲ ਹੀ ਤੁਹਾਡੀ ਹੋਂਦ ਹੈ। ਇਸੇ ਕਰਕੇ ਤੁਹਾਨੂੰ ਮਨੁੱਖ ਕਿਹਾ ਗਿਆ ਹੈ। ਮਨੁੱਖ ਦਾ ਅਰਥ ਹੁੰਦਾ ਹੈ ਮਨ ਦੀ ਕੁੱਖ ਦੇ ਵਿੱਚੋਂ ਪੈਦਾ ਹੋਇਆ ਮਨੁੱਖ। ਤੁਸੀਂ ਵਾਸਤਵਿਕ ਥੋੜ੍ਹੀ ਹੋ। ਸਰੀਰ ਹੈ ਅਤੇ ਸਰੀਰ ਵਿੱਚ ਚਲਾਉਣ ਵਾਲਾ ਹੈ। ਤੁਸੀਂ ਤਾਂ ਸਿਰਫ ਇੱਕ ਖਿਆਲ ਹੋ, ਮਨ ਦੀ ਕੁੱਖ ਦੇ ਵਿੱਚੋਂ ਪੈਦਾ ਹੋਏ। ਤੁਹਾਨੂੰ ਖਤਮ ਕਰਨਾ, ਤੋ ਖਿਆਲ ਪੂਰਾ ਹੀ ਹੈ ਤੁਹਾਡੀ ਹੋਂਦ। ਜੋ ਤੁਸੀਂ ਸਮਝ ਰਹੇ ਹੋ ਉਹ ਪੂਰਾ ਹੀ ਖਤਮ ਹੋਵੇਗਾ। ਅਤੇ ਇਸ ਕਰਕੇ ਖਤਮ ਵੀ ਹੋ ਜਾਂਦਾ ਹੈ ਕਿਉਂਕਿ ਉਹ ਵਾਸਤਵਿਕ ਨਹੀਂ ਹੈ, ਉਹ ਝੂਠਾ ਹੈ, ਭਰਮ ਹੈ, ਇਹਨੂੰ ਕਿਹਾ ਹੈ। ਅਵਿਦਿਆ ਹੈ, ਅਗਿਆਨ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਹਨੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਦੇਖੋ, ਭਾਵ ਕਿ ਗਿਆਨ ਦੁਆਰਾ ਹੀ ਇਹ ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਹੈ। ਪਰ ਗਿਆਨ ਜਿਹੜਾ ਹੈ ਨਾ, ਉਹ ਅੱਖਰਾਂ ਦੁਆਰਾ ਨਹੀਂ ਮਿਲਦਾ ਹੈ। ਕਿਹਾ ਜਾਂਦਾ ਹੈ ਅੱਖਰਾਂ ਦੁਆਰਾ, ਸੁਣਿਆ ਜਾਂਦਾ ਹੈ ਕੰਨਾਂ ਦੁਆਰਾ, ਬੋਲਿਆ ਜਾਂਦਾ ਹੈ ਜੀਭ ਦੁਆਰਾ, ਪਰ ਮਿਲਦਾ ਜਿਹੜਾ ਹੈ ਨਾ, ਇਹ ਅੰਦਰੋਂ ਹੈ। ਗੁਰੂ ਦੀ ਗਹਿਰਾਈ 'ਚ ਉਤਰ ਕੇ ਮਿਲਦਾ ਹੈ। ਜਿਵੇਂ ਤੁਸੀਂ ਇਹ ਜੋ ਸ਼ਬਦ ਪਾਇਆ ਹੈ, ਇਹ ਸ਼ਬਦ ਦੁਆਰਾ ਉਹਨਾਂ ਨੂੰ ਸਮਝਾਇਆ ਗਿਆ ਹੋਵੇਗਾ ਜਿਹੜੇ ਯੋਗ ਮਤ ਦੇ ਧਾਰਨੀ ਹੋਣਗੇ। ਅਤੇ ਉਸ ਸਮੇਂ
ਯੋਗ ਦਾ ਬਹੁਤ ਹੀ ਪ੍ਰਚਲਨ ਸੀ। ਬਹੁਤ ਲੋਕ ਯੋਗ ਦੀਆਂ ਸਾਧਨਾ ਕਰਦੇ ਸੀ, ਯੋਗ ਮਤ ਨੂੰ ਧਾਰਨ ਕਰਦੇ ਸੀ। ਤੇ ਯੋਗੀਆਂ ਦੇ ਨਾਲ ਚਰਚਾ ਹੋ ਰਹੀ ਹੋਵੇਗੀ ਤੇ ਉਹਨਾਂ ਨੇ ਪੁੱਛਿਆ ਹੋਵੇਗਾ ਵੀ ਤੁਸੀਂ ਇਸ ਗਮਤਾ ਤੱਕ, ਇਸ ਗਹਿਰਾਈ ਤੱਕ ਕਿਵੇਂ ਪਹੁੰਚੇ। ਤੇ ਭਗਤ ਭੀਖਣ ਜੀ ਉਹਨਾਂ ਨੂੰ ਜਵਾਬ ਦੇ ਰਹੇ ਹਨ, ਗੁਰਗਮ ਚੀਨੈ ਵਿਰਲਾ ਕੋਏ, ਤਹਾਂ ਰਮਈਆ ਨਿਰੰਜਨ ਹੋਏ। ਤਹਾਂ ਨਿਰੰਜਨ ਰਮਈਆ ਹੋਏ। ਕਹਿੰਦੇ ਹਨ ਗੁਰੂ ਦੀ ਗਮਤਾ ਨੂੰ ਕੋਈ ਵਿਰਲਾ ਹੀ ਚੀਨਦਾ ਹੈ, ਭਾਵ ਕਿ ਉਸ ਗਮਤਾ ਤੱਕ, ਉਸ ਗਹਿਰਾਈ ਤੱਕ ਕੋਈ ਵਿਰਲਾ ਹੀ ਪਹੁੰਚਦਾ ਹੈ। ਤੇ ਜਿਹੜਾ ਗੁਰੂ ਦੀ ਗਹਿਰਾਈ ਤੱਕ ਪਹੁੰਚ ਗਿਆ ਤਾਂ ਉਹਨੇ ਉਸ ਨਿਰੰਜਨ ਨੂੰ ਪਾ ਲਿਆ। ਤਹਾਂ ਰਮਈਆ ਨਿਰੰਜਨ ਹੋਏ। ਗੁਰਗਮ ਚੀਨੇ ਵਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ। ਕਹਿੰਦੇ ਉੱਥੇ ਹੈ ਗਹਿਰਾਈ 'ਚ ਗੁਰੂ ਦੀ। ਪਰ ਗੁਰੂ ਦੀ ਗਹਿਰਾਈ 'ਚ ਤੇ ਉਹ ਹੀ ਜਾਂਦਾ ਹੈ ਨਾ ਜਿਹੜਾ ਗੁਰੂ ਵਾਂਗੂ ਸੰਸਾਰ ਵਿੱਚੋਂ ਮਿਟਣ ਨੂੰ ਤਿਆਰ ਹੁੰਦਾ ਹੈ। ਉਹਦੇ ਵਰਗਾ ਹੋਵੇਗਾ ਤਾਂ ਹੀ ਉਹਦੀ ਗਹਿਰਾਈ 'ਚ ਜਾਵੇਗਾ। ਹੁਣ ਜਿਹੜੇ ਸੰਸਾਰ 'ਚ ਉਥਲੇ ਉਥਲੇ ਜੀ ਰਹੇ ਹਨ, ਉਹ ਤੇ ਜਦੋਂ ਗੁਰੂ ਗਹਿਰਾਈ 'ਚੋਂ ਬੋਲਦਾ ਹੈ ਉਦੋਂ ਨਹੀਂ ਉਹ ਸੁਣਦੇ ਹਨ। ਤੇ ਗਹਿਰਾਈ 'ਚ ਜਦੋਂ ਬੋਲਿਆ ਜਾਂਦਾ ਹੈ ਨਾ ਉਦੋਂ ਸੁਣਨਾ ਹੀ ਔਖਾ ਹੈ, ਮੰਨਣਾ ਤੇ ਹੋਰ ਵੀ ਜ਼ਿਆਦਾ ਔਖਾ ਹੋਵੇਗਾ। ਤੇ ਜਿਹੜਾ ਮੰਨ ਲੈਂਦਾ ਹੈ, ਮੰਨੇ ਕੀ ਗਤ ਕਹੀ ਨਾ ਜਾਏ।